Dear students, let's read the poem Once Upon a Time. This poem is written by a Nigerian poet. This poet is from Nigeria and he is very popular poem in Nigeria, and he is very famous poet of Nigeria. Let's read poetry. Once upon a time, son, they used to laugh with their hearts. The difference of ages. Key differences आए ने with the passage of time in olden period and in this present period, generation gap and the gap of human beings. How do they think? How do they laugh? How do they treat? And laugh with their eyes. ਉਹਨਾਂ ਸਮਿਆਂ 'ਚ ਲੋਕ ਜਿਹੜੇ ਸੀ ਨਾ, ਉਹ ਆਪਣੇ ਦਿਲ ਤੋਂ ਮੁਸਕਰਾਉਂਦੇ ਸੀ, ਦਿਲ ਤੋਂ ਖੁਸ਼ ਹੁੰਦੇ ਸੀ. ਐਂਡ ਨਾਓ ਦੇ ਓਨਲੀ ਲਾਫ ਵਿਦ ਦੇਅਰ ਟੀਥ. ਹੁਣ ਤਾਂ ਲੋਕ ਸਿਰਫ ਦੰਦਾਂ ਨਾਲ ਹੀ ਹੱਸਦੇ ਨੇ. ਵਿਦ ਦੇਅਰ ਆਈਜ਼ ਬਲੌਕ ਕੋਲਡ ਆਈਜ਼. ਕਹਿੰਦੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਕੀ ਨਹੀਂ ਰਿਹਾ. ਦੇਅਰ ਇਜ਼ ਨੋ ਲਵ, ਦੇਅਰ ਇਜ਼ ਨੋ ਕੰਪੈਸ਼ਨ, ਦੇਅਰ ਇਜ਼ ਨੋ ਪੋਇਸਨੈਸ. ਉੱਥੇ ਇੱਦਾਂ ਦਾ ਕੁਛ ਨਹੀਂ ਰਿਹਾ. ਉਹ ਇੰਨੇ ਮਟੀਰੀਅਲਿਸਟਿਕ ਹੋ ਗਏ ਨੇ. ਇਨ 올ਡਨ ਡੇਜ਼ ਪੀਪਲ ਵਰ ਨਾਟ ਮਟੀਰੀਅਲਿਸਟਿਕ, ਪੀਪਲ ਹੈਵ ਦ ਸਪਿਰਿਚੁਅਲਿਟੀ. ਲੋਕਾਂ ਦੇ ਸੋਚਣ ਦਾ ਢੰਗ ਬਿਲਕੁਲ ਅਲੱਗ ਸੀ, ਲੋਕਾਂ ਦੇ ਮਿਲਣ ਦਾ ਢੰਗ ਅਲੱਗ ਸੀ. ਲੋਕੀ ਆਪਣੇ ਦਿਲ ਤੋਂ ਖੁਸ਼ ਹੁੰਦੇ ਸੀ, ਕਿਸੇ ਦੀ ਖੁਸ਼ੀ 'ਚ ਖੁਸ਼ ਹੁੰਦੇ ਸੀ. ਬਟ ਹੁਣ ਕੀ ਹੈ, ਆਪਣੀਆਂ ਜਿਹਾ ਬਰਫ਼ ਵਰਗੀਆਂ ਵੱਡੀਆਂ ਠੰਡੀਆਂ ਅੱਖਾਂ ਦੇ ਨਾਲ ਇੱਕ ਦੂਜੇ ਵੱਲ ਤੱਕਦੇ ਨੇ. ਸਰਚ ਬਿਹਾਈਂਡ ਮਾਈ ਸ਼ੇਡੋ. ਕਹਿੰਦਾ ਇੰਝ ਆ ਜਿਵੇਂ ਕਿ ਉਹ ਪਰਛਾਵਿਆਂ ਨੂੰ ਦੇਖ ਰਹੇ ਹੋਣ. ਹੁਣ ਲੋਕ ਪਹਿਲਾਂ ਦੀ ਤਰ੍ਹਾਂ ਨਹੀਂ ਰਹੇ. ਇਹ poet satirizes on the hypocrisy of the modern man, how the modern man has changed himself. With the passage of time, love has changed, emotions have changed, compassion has changed. Come to the next passage. There was a time indeed, ਇੱਕ ਸਮਾਂ ਹੁੰਦਾ ਸੀ. They used to shake hands with their hearts. ਉਹ ਹੱਥ ਵੀ ਮਿਲਾਉਂਦੇ ਸੀ ਤਾਂ ਦਿਲ ਤੋਂ ਮਿਲਾਉਂਦੇ ਸੀ. ਐਂਡ ਦੈਟ ਇਜ਼ ਗੋਨ. ਇਹ ਤਾਂ ਚਲਾ ਗਿਆ ਹੈ ਪੁੱਤਰ. ਸਨ, ਇਹ ਸਮਾਂ ਚਲਾ ਗਿਆ ਹੈ. ਆਪਣੇ ਬੱਚੇ ਨੂੰ, ਆਪਣੇ ਸਨ ਨੂੰ ਉਹ ਵਾਰ ਸੰਬੋਧਨ ਕਰਕੇ, ਦਿਸ ਇਜ਼ ਐਡਰੈਸ, ਹੀ ਇਜ਼ ਐਡਰੈਸਿੰਗ ਟੂ ਹਿਜ਼ ਸਨ. ਨਾਓ ਦੇ ਸ਼ੇਕ ਹੈਂਡਸ ਵਿਦਆਊਟ ਹਰਟਸ. ਹੁਣ ਤਾਂ ਕਹਿੰਦਾ ਉਹ ਹੱਥ ਤਾਂ ਮਿਲਾਉਂਦੇ ਨੇ ਪਰ ਉਹਨਾਂ ਦੇ ਵਿੱਚ ਹਰਟਸ ਨਹੀਂ ਸ਼ਾਮਲ ਹੁੰਦੇ, ਉਹਨਾਂ ਵਿੱਚ ਇਮੋਸ਼ਨਸ ਨਹੀਂ ਹੁੰਦੀਆਂ, ਉਹਨਾਂ ਵਿੱਚ ਫੀਲਿੰਗਸ ਨਹੀਂ ਹੁੰਦੇ. ਵਾਈਲ ਦੇਅਰ ਲੈਫਟ ਹੈਂਡ ਸਰਚ ਮਾਈ ਐਮਪਟੀ ਪੋਕਟਸ. ਜਦ ਕਿ ਉਹ ਬੰਦੇ ਦੀਆਂ ਜੇਬਾਂ ਵੱਲ ਦੇਖਦੇ ਨੇ. ਹਾਊ ਰਿਚ ਹੀ ਇਜ਼. ਇਹ ਬੰਦਾ ਸਾਨੂੰ ਕੀ ਫਾਇਦਾ ਦੇ ਸਕਦਾ. ਟੂਡੇ ਇਹਦਾ ਕੀ ਮੀਨਿੰਗ ਹੈਗਾ ਇਸ ਪੈਸੇਜ ਦਾ. ਟੂਡੇ ਪੀਪਲ ਆਰ ਸ਼ੈਲਫਿਸ਼. ਅੱਜ ਦੇ ਲੋਕ ਜਿਹੜੇ ਨੇ ਬਿਲਕੁਲ ਮਤਲਬੀ ਨੇ. ਉਹ ਅਗਲੇ ਦੀਆਂ ਜੇਬਾਂ 'ਚ ਦੇਖਦੇ ਨੇ ਕਿ ਹਾਊ ਰਿਚ ਹੀ ਇਜ਼, ਇਹ ਸਾਡੇ ਕਿਸ ਕੰਮ ਆ ਸਕਦਾ ਆ. ਇਸ ਗੱਲ ਕਰਕੇ ਲੋਕ ਜਿਹੜੇ ਨੇ ਉਹ ਬਾਏ ਹਰਟ ਸਾਰੇ ਰਿਲੇਸ਼ਨਸ ਜਿਹੜੇ ਭੁੱਲ ਗਏ ਨੇ, ਮਟੀਰੀਅਲ ਦੇ ਰਿਲੇਸ਼ਨਸ ਰਹਿ ਗਏ ਨੇ. ਕਮ ਟੂ ਦ ਥਰਡ ਪੈਸੇਜ, ਪੇਜ ਨੰਬਰ 107. ਹੁਣ ਲੋਕ ਕਹਿੰਦੇ ਕੀ ਨੇ ਜਦੋਂ ਤੁਸੀਂ ਕਿਸੇ ਦੇ ਘਰ ਜਾਂਦੇ ਹੋ? ਕੀ ਕਹਿੰਦੇ ਨੇ? ਫੀਲ ਐਟ ਹੋਮ. ਇੱਕ ਬੜਾ ਆਮ ਜਿਹਾ ਸ਼ਬਦ ਹੈਗਾ, ਘਰ ਵਰਗਾ ਮਹਿਸੂਸ ਕਰੋ. ਕਮ ਅਗੇਨ, ਦੁਬਾਰੇ ਫਿਰ ਆਉਣਾ. ਦੇ ਸੇ ਐਂਡ ਵੈਨ ਆਈ ਕਮ ਅਗੇਨ ਐਂਡ ਫੀਲ ਐਟ ਹੋਮ ਵਨਸ ਟਵਾਈਸ ਦੇਅਰ ਵਿਲ ਬੀ ਨੋ ਥਰਾਈਸ. ਕਹਿੰਦਾ ਇੱਕ ਵਾਰ ਖੁਸ਼ ਹੋਣਗੇ, 2 ਵਾਰ ਖੁਸ਼ ਹੋਣਗੇ, ਤੀਜਾ ਸਮਾਂ ਤਾਂ ਆਉਂਦਾ ਹੀ ਨਹੀਂ. ਤੀਜੀ ਵਾਰੀ ਕੀ ਹੁੰਦਾ ਆ? ਨੈਕਸਟ ਲਾਈਨ ਦੇ ਵਿੱਚ ਦੇਖੋ. ਬਟ ਫॉर then I find doors shut on me. ਫਿਰ ਕਹਿੰਦਾ ਮੇਰੇ ਲਈ ਦਰਵਾਜ਼ਾ ਖੁੱਲ੍ਹਾ ਨਹੀਂ ਰਹੇਗਾ, ਮੇਰੇ ਲਈ ਉਹ ਦਰਵਾਜ਼ਾ ਨਹੀਂ ਖੋਲ੍ਹਣਗੇ. ਦੇ ਵਿਲ ਨਾਟ ਫੀਲ ਗੁੱਡ ਵਾਈਲ ਸੀਇੰਗ ਮੀ. ਜਦੋਂ ਦੇਖਣਗੇ ਦਰਵਾਜ਼ੇ 'ਤੇ ਕੌਣ ਆਇਆ, ਉਹ ਬਚਣ ਦੀ ਕੋਸ਼ਿਸ਼ ਕਰਨਗੇ. ਸੋ ਆਈ ਹੈਵ ਲਰਨਡ ਮੈਨੀ ਥਿੰਗਸ ਸਨ. ਅਗੇਨ ਪੋਇਟ ਇਨ ਹੋਲ ਪੋਇਮ ਪੋਇਟ ਇਜ਼ ਐਡਰੈਸਿੰਗ ਟੂ ਹਿਜ਼ ਸਨ. ਉਹ ਐਡਰੈਸ ਕਰਕੇ ਕੀ ਕਹਿੰਦਾ ਹੈ? ਇਹਨਾਂ ਸਾਲਾਂ 'ਚ ਮੈਂ ਕੀ ਸਿੱਖਿਆ ਹੈ? ਮੈਂ ਕਈ ਕੁਝ ਸਿੱਖਿਆ ਹੈ. ਸਮੇਂ ਨੇ ਮੈਨੂੰ, ਟਾਈਮ ਇਜ਼ ਅ ਬਿਗ ਟੀਚਰ. ਟਾਈਮ ਨੇ ਕਈ ਕੁਛ ਬੰਦੇ ਨੂੰ ਸਿਖਾਇਆ. ਆਈ ਹੈਵ ਲਰਨ ਟੂ ਵੀਅਰ ਮੈਨੀ ਫੇਸਿਸ ਵਿਦ ਦ ਪੀਪਲ ਬਾਏ ਮੀਟਿੰਗ ਦ ਪੀਪਲ ਵਿਦ ਦ ਪੈਸੇਜ ਆਫ ਟਾਈਮ ਵਿਦ ਦ ਕਮਿੰਗ ਜਨਰੇਸ਼ਨ. ਪੋਇਟ ਕਹਿੰਦਾ ਆਈ ਹੈਵ ਲਰਨਡ ਹਾਊ ਟੂ ਵੀਅਰ ਫੇਸ.
ਲਾਈਕ ਵੀ ਡੂ ਵੀਅਰ ਕਲੋਥਸ, ਜਿੱਦਾਂ ਅਸੀਂ ਕੱਪੜੇ ਪਾਉਂਦੇ ਹਾਂ, ਟੂਡੇ ਮੈਨ ਡੂ ਵੀਅਰ ਫੇਸਿਸ ਲਾਈਕ ਡਰੈਸਿਸ। ਕਹਿੰਦੇ ਕੱਪੜੇ ਦੇ ਵਾਂਗ ਜਿਹੜੇ ਨੇ ਮੈਂ ਚਿਹਰੇ ਬਦਲਦੇ ਦੇਖੇ ਨੇ। ਫੇਸਿਸ ਕਿੱਦਾਂ ਦੇ ਨੇ? ਪੀਪਲ ਹੈਵ ਡਿਫਰੈਂਟ ਫੇਸਿਸ। ਜਦੋਂ ਤੁਸੀਂ ਉਹਨਾਂ ਦੇ ਘਰ ਜਾਓਗੇ, ਹੋਮ ਫੇਸ ਉਹਨਾਂ ਦਾ ਅਲੱਗ ਐਟੀਟਿਊਡ ਹੋਏਗਾ, ਉਹਨਾਂ ਦਾ ਅਲੱਗ ਬਿਹੇਵੀਅਰ ਹੋਏਗਾ, ਤੁਹਾਡੇ ਨਾਲ ਗੱਲ ਕਰਨ ਦਾ ਅੰਦਾਜ਼ ਅਲੱਗ ਹੋਏਗਾ, ਤੁਹਾਨੂੰ ਅਟੈਂਡ ਕਰਨ ਦਾ ਅੰਦਾਜ਼ ਅਲੱਗ ਹੋਏਗਾ। ਆਫਿਸ ਫੇਸ, ਜਦੋਂ ਤੁਸੀਂ ਉਹਨਾਂ ਨੂੰ ਦਫ਼ਤਰ 'ਚ ਮਿਲੋਗੇ, ਦੇ ਪੀਪਲ ਆਰ ਡਿਫਰੈਂਟ ਵੈਨ ਯੂ ਮੀਟ ਦੈਮ ਇਨ ਸਟਰੀਟ, ਦੇਅਰ ਫੇਸ ਇਜ਼ ਆਲਸੋ ਡਿਫਰੈਂਟ। ਜਦੋਂ ਤੁਸੀਂ ਹੋਸਟ ਫੇਸ, ਜਦੋਂ ਮੇਜ਼ਬਾਨੀ ਕਰਦੇ ਨੇ, ਉਦੋਂ ਉਹਨਾਂ ਦਾ ਫੇਸ ਡਿਫਰੈਂਟ ਹੋਏਗਾ। ਪੀਪਲ have the mask to wear on the faces, people have different faces to wear। cocktail face, ਜਦੋਂ party time, ਉਹਨਾਂ ਦਾ party time face ਜਿਹੜਾ ਉਹ ਅਲੱਗ ਹੋਏਗਾ, with all their confirming smiles like a fixed portrait smile। ਦੇਖੋ there is lot of difference between smile and portrait smile। smile ਕੀ ਹੈ? ਇੱਕ ਨੈਚੁਰਲ ਚੀਜ਼ ਹੈ ਕਿ ਅਸੀਂ ਜਦੋਂ ਚੀਜ਼ 'ਤੇ ਗੁੱਡ ਜੋਲੀ ਫੀਲ ਕਰਦੇ ਹਾਂ, ਗੁੱਡ ਫੀਲ ਕਰਦੇ ਹਾਂ, ਹੈਪੀ ਫੀਲ ਕਰਦੇ ਹਾਂ, ਵੀ ਡੂ ਪਾਸ ਅ ਸਮਾਈਲ। ਬਟ ਜਦੋਂ ਇੱਥੇ ਰਾਈਟਰ ਕਿਹੜੀ ਮੈਂਸ਼ਨ ਕਰਦਾ? पोर्ट्रेट स्माइल। पोर्ट्रेट स्माइल की आर्टिफिशियल स्माइल, वैन हैव टू मेक आवर पोर्ट्रेट वी डू स्माइल, है ना। उदों असी मुस्कुराते हैं, असी एक स्टैचू बन के खड़ जाते हैं, उन्होंने कहते हैं पोर्ट्रेट स्माइल। कहता पीपल हैव द पोर्ट्रेट स्माइल्स नाउ, दे हैव नॉट द नैचुरल स्माइल्स नाउ। एंड आई हैव लर्न टू लाफ विद ओनली माई टीथ एंड शेक हैंड विदाउट्स माई हर्ट। कहता लोग दंदा ना हसते ने, लोग जेड़े ने ना हथ मिलाउण लगे दिल नूं नहीं विच लिआंदे। दिल एक वक्री चीज़ बन गया। हर्ट इज़ अनदर थिंग, फीलिंग्स आर अनदर थिंग। आई हैव आल्सो लर्न टू से गुड बाय वैन आई मीन गुड रिडेंस। रिडेंस हुंदा पिछा छुड़ाना, पल्ला छुड़ाना। कहता जदों किसी दा मूड होए किसी तो पल्ला छुड़ाउंदा ते ओह बड़े आर्टिफिशियल वे नाल की कहंदा गुड बाय, कहता गुड रिडेंस नहीं कहता। एक्चुअल दिल च की है? देर इज़ गुड, देर इज़ रिडेंस, बट इन द टीथ देर इज़ बाय। टू से ग्लैड टू मीट यू, जदों किसी नूं मिलदे कहंदे मिल के बड़ी खुशी होई, बट अंदर की हुंदा? उन्हां दे दिल विच की है? विदाउट बीइंग ग्लैड, वो खुश नहीं हुंदे। एंड टू से इट हैज़ बीन नाइस टॉकिंग टू यू, कई बार वो कह देंगे ने लोगों के ये मिमिक्री की हुई है, ये उन्होंने जिहड़ा मॉक बिहेवियर हैगा उहदे ते सैटायर किया होया कि पीपल यूज़ द वर्ड्स विदाउट फीलिंग, पीपल हैव नो फीलिंग्स। ਤੁਹਾਡੇ ਨਾਲ ਕੋਈ फीलिंग नहीं होणगियां, लोग कहणगे ग्लाइड टू मीट यू, नाइस टू मीट यू, गुड टू मीट यू, बट देर इज़ नो गुड, नो ग्लैडनैस और नो गुड फीलिंग्स फॉर यू। आफ्टर बीइंग बोर्ड, जदों किसी परसन तो बहुत ज़्यादा बोर होणगे तो उन्होंने की कहणगे नाइस टू टॉक यू। कहंदे किन्नी आर्टिफिशियलिटी है, किन्नी हिपोक्रेसी है। दिस होल पोएम इज़ सैटायर ऑन सोसाइटी एंड सैटायर ऑन जनरेशंस ऑफ द वर्ल्ड। कम टू द नेक्स्ट लाइन्स। But believe my son, here is advice for the son, I want to be what I used to be। He is tired of the behavior of the generations, he is tired by the society। When I was like you, कहना मैं उमें ही बढ़ना चाहना जिवें दा मैं हुंदा सी, जिद्दां तेरी उम्र च जो है ना, तेरी उम्र च मैं फिर वापस उस स्टेज नूं पाना चाहना, मैं वापस उस माहौल च आना चाहना, मैं उस एटमोसफीयर नूं क्रिएट करना चाहना कि मेरे च वही फीलिंग्स वापस आ जान। टू अनलर्न ऑल दीज म्यूटिंग थिंग्स, मोस्ट ऑफ ऑल आई वॉन्ट टू रीलर्न, लर्न एंड रीलर्न। दोबारे मैं सीखना चाहना हाँ, की सीखना चाहना? हाउ टू लाफ फॉर माई लाफ इन मिरर। कहता जो मैं शीशे दे विच अपने आप नूं हसदा देखदा ना, आई डू स्टैंड बाय द मिरर एंड आई डू वॉच माई सैल्फ। उदों मैनू कहंदा मैनू की लगदा है कि अजकल की हो गया बंदे नूं, शो ओनली माई टीथ लाइक अ स्नेक्स बेयर फैंग्स। स्नेक्स बेयर फैंग्स, सप दे मोरले दो दंद जिन्हां विचों वो जहर कढ़दा। कहंदा मैनू ये लगदा कि बंदा जिहड़ा ना अपने इस जहर है उहदे सिर्फ वो तो एक दिखावा कर रहा है, एक फेक स्माइल जी वो दंदा ते हैगी है, मूँह ते हैगी है। एक्चुअल ही इज़ नॉट। इत्थे आई विल कोट ए कैरेक्टर फ्रॉम शेक्सपीयर्स प्ले उथैलो। उथैलो शेक्सपीयर का एक प्ले है, उहदे विच एक कैरेक्टर हैगा इयागो। इयागो जिहड़ा विलन हैगा आ, वो डेस्डीमोना दा जदों कतल करा दिंदा और सारी स्टोरी दे विच इक्को डायलॉग बोलदा, आई एम नॉट
what I am, मैं ਉਹ ਨਹੀਂ ਹਾਂ ਜੋ ਮੈਂ ਤੁਹਾਨੂੰ ਦਿਸਦਾ ਹਾਂ। same satire is in this poem that man is not what he is visible to us। ਜਿਹੜਾ ਇਨਵਿਜ਼ੀਬਲ ਉਹਦਾ ਐਟੀਟਿਊਡ ਹੈਗਾ ਉਹ ਜਿਹੜਾ ਬੜਾ ਖਤਰਨਾਕ ਹੈ, ਬੜਾ ਡੇਂਜਰਸ ਹੈ। there is hypocrisy। ਇਹ ਜਿਹੜਾ ਪੋਇਮ ਹੈ ਨਾ, ਇਸ ਪੈਸੇਜ ਦੇ ਵਿੱਚ ਜਿਹੜਾ ਹੈਗਾ ਨਾ ਉਹਦਾ ਨੋਸਟੈਲਜਿਕ ਐਟੀਟਿਊਡ, ਜਿਹੜਾ ਪੁਰਾਣੀਆਂ ਯਾਦਾਂ ਨੂੰ ਨੋਸਟੈਲਜਿਕ ਫੀਲਿੰਗਸ ਜਿਹੜੀਆਂ ਮੈਂ ਤੁਹਾਨੂੰ ਹੁਣੇ ਦੱਸਦੀਆਂ ਮੇਨ ਆਈਡੀਆ ਦੇ ਵਿੱਚ, ਉਹਨੂੰ ਉਹ ਕਰਦਾ। ਤੇ ਇੱਥੇ ਉਹ ਕਿਹਦੀ ਲੈਂਦਾ ਆ ਐਗਜ਼ਾਮਪਲ, ਕਿਹਦੀ ਲੈਂਦਾ? ਸਨੇਕਸ ਬੀਅਰ ਫੈਂਗਸ, ਸੱਪ ਦੇ ਜਿਹੜੇ ਆ ਨਾ ਜ਼ਹਿਰੀਲੇ ਦੰਦਾਂ ਦੀ ਐਗਜ਼ਾਮਪਲ ਲੈਂਦਾ। ਸੋ ਸ਼ੋ ਮੀ ਸਨ ਹਾਊ ਟੂ ਲਾਫ, ਸ਼ੋ ਮੀ ਹਾਊ ਆਈ ਯੂਜ਼ ਟੂ ਲਾਫ ਐਂਡ ਸਮਾਈਲ ਵਨਸ ਅਪਨ ਅ ਟਾਈਮ when I was like you। बेटे एक समा हुंदा सी, I was innocent, I was pure, I was good, I was perfect, but now time has swallowed my feelings। with the passage of time everything has changed। now please come to the main idea। once upon a time, एक वार दी गल है, इस तरह हुंदा सी। once upon a time, this is very beautiful poem by Nigerian poet Gabriel Okara, Gabriel। Gabriel Okara ਦੀ ਬਹੁਤ ਹੀ beautiful poem ਹੈਗੀ ਹੈ। this poem is a satire। satire ਹੁੰਦਾ ਆ ਵਿਅੰਗ ਕੱਸਣਾ, satire on hypocrisy and artificial behavior of modern man। ਇਹ ਮਾਡਰਨ ਮੈਨ ਦਾ ਜਿਹੜਾ ਆਰਟੀਫਿਸ਼ੀਅਲ ਐਂਡ ਹਿਪੋਕ੍ਰੇਟ, ਦਿਖਾਵੇ ਵਾਲਾ, ਹਿਪੋਕ੍ਰੇਸੀ ਹੁੰਦਾ ਦਿਖਾਵੇ ਵਾਲਾ, ਆਰਟੀਫਿਸ਼ੀਅਲ ਹੈਗਾ ਨਕਲੀ, ਜਿਹੜਾ ਬਿਹੇਵੀਅਰ ਹੈਗਾ ਉਹਦੇ ਉੱਤੇ ਵਿਅੰਗ ਹੈਗਾ। ਮਾਡਰਨ ਮੈਨ ਹੈਜ਼ ਮੈਨੀ ਫੇਸਿਸ, ਅੱਜ ਦੇ ਬੰਦੇ ਦੇ ਬਹੁਤ ਸਾਰੇ ਫੇਸਿਸ ਨੇ, ਲਾਈਕ ਦ ਹੋਮ ਫੇਸ, ऑफिशियल फेस मतलब ऑफिस फेस, स्ट्रीट फेस, होस्ट फेस, कॉकटेल फेस, लाइक फेसिस ही वीयर्स आर्टिफिशियल पोर्ट्रेट स्माइल। जिद्दां ਉਹਦੇ फेस आर्टिफिशियल हैगे ने, नकली हैगे ने, उवें ਉਹਦੀ स्माइल भी पोर्ट्रेट स्माइल बन गई है विदाउट इमोशनस, ਜਿਹਦੇ ਵਿੱਚ कोई फीलिंग्स नहीं, कोई भावना नहीं, कोई प्यार नहीं एंड लव। ही ऑल्सो मेक्स ए सटायर ऑन आइस ब्लॉक कोल्ड आइस। कवि ਜਿਹੜਾ ਹੈਗਾ ਉਹ ਵਿਅੰਗ ਕਾਹਦੇ ਤੇ, ਤਨਜ਼ ਕਾਹਦੇ ਤੇ ਕੱਸਦਾ ਆ? ਆਈਸ ਬਲੌਕ ਕੋਲਡ ਆਈਸ, ਠੰਡੀਆਂ ਅੱਖਾਂ ਤੇ ਵਿਅੰਗ ਕੱਸਦਾ ਵਿਦ ਨੋ ਇਮੋਸ਼ਨਸ, नो इमोशंस, ਜਿਹਦੇ ਵਿੱਚ ਕੋਈ ਇਮੋਸ਼ਨਸ ਨਹੀਂ ਹੈਗੇ। ਦਿਸ ਪੋਇਮ ਬਿਲੋਂਗਸ ਟੂ ਦ ਨੋਸਟੈਲਜਿਕ ਫੀਲਿੰਗਸ ਆਫ ਪੋਇਟ। ਇਹ ਕਵੀ ਦੀਆਂ ਜਿਹੜੀਆਂ ਬੀਤੇ ਸਮੇਂ ਦੀਆਂ ਨੋਸਟੈਲਜਿਕ ਫੀਲਿੰਗਸ ਹੁੰਦੀਆਂ ਨੇ, ਬੀਤੇ ਸਮੇਂ ਦੀਆਂ ਜਿਹੜੀਆਂ ਪਿਆਰੀਆਂ ਯਾਦਾਂ ਨੇ, ਉਹਨਾਂ ਦਾ ਇੱਕ ਬਿਰਤਾਂਤ ਹੈਗਾ। ਦਿਸ ਇਜ਼ ਵੈਰੀਫੁਲ, ਦਿਸ ਇਜ਼ ਵੈਰੀ ਨਾਈਸ ਪੋਇਮ। we should learn a lot from this poem because this poem is not satire on the society. This poem is also a message to human beings. This is also lesson to students. Dear students, learn it again and again. This is very good poem. Thank you very much. Have a nice day ahead.